ਸਤਿ ਸ਼੍ਰੀ ਅਕਾਲ ਦੋਸਤੋ, ਡਿਜੀਟਲ ਕਲਾਸਰੂਮ 'ਚ ਤੁਹਾਡਾ ਸਵਾਗਤ ਆ। ਤਾਂ ਰੀਸੈਂਟਲੀ ਪੰਜਾਬ ਵਕਫ ਬੋਰਡ ਦੇ ਵਿੱਚ ਕਾਫੀ ਸਾਰੀਆਂ ਪੋਸਟਾਂ ਆਊਟ ਹੋਈਆਂ ਸੀਗੀਆਂ, ਜਿਹਦੇ ਵਿੱਚੋਂ ਕਲਰਕ, ਸੈਕਸ਼ਨ ਆਫਿਸਰ ਅਤੇ ਸੀਨੀਅਰ ਅਸਿਸਟੈਂਟ ਦੀਆਂ ਪੋਸਟਾਂ ਸੀਗੀਆਂ। ਤਾਂ ਇਹਨਾਂ ਪੋਸਟਾਂ ਨੂੰ ਲੈ ਕੇ ਕਾਫੀ ਸਾਰੇ ਕੈਂਡੀਡੇਟਸ ਦਾ ਡਾਊਟ ਸੀਗਾ ਕਿ ਇਹਨਾਂ ਪੋਸਟਾਂ ਨੂੰ ਕਿਹੜੇ ਕੈਂਡੀਡੇਟ ਅਪਲਾਈ ਕਰ ਸਕਦੇ ਆ। ਤਾਂ ਹੁਣ ਪੰਜਾਬ ਵਕਫ ਬੋਰਡ ਨੇ ਇਹਦਾ ਜੋ ਡਿਟੇਲਡ ਨੋਟੀਫਿਕੇਸ਼ਨ ਹੈ ਥਾਪੜ ਯੂਨੀਵਰਸਿਟੀ ਦੀ ਜੋ ਅਫੀਸ਼ੀਅਲ ਸਾਈਟ ਆ ਉਸ ਦੇ ਉੱਤੇ ਅਪਡੇਟ ਕਰ ਦਿੱਤਾ ਹੈ। ਤਾਂ ਹੁਣ ਆਪਾਂ ਤੁਹਾਨੂੰ ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਤੁਹਾਡੇ ਜਿੰਨੇ ਵੀ ਡਾਊਟਸ ਹੋਣਗੇ ਸਾਰੇ ਕਲੀਅਰ ਕਰ ਦੇਵਾਂਗੇ, ਜਿਵੇਂ ਕਿ ਇਹਨਾਂ ਪੋਸਟਾਂ ਨੂੰ ਕਿਹੜੇ ਕੈਂਡੀਡੇਟ ਅਪਲਾਈ ਕਰ ਸਕਦੇ ਆ, ਕਿੰਨੀ ਤਰੀਕ ਲਾਸਟ ਹੈ ਅਪਲਾਈ ਕਰਨ ਦੀ, ਕਿੰਨੀ ਤੁਹਾਡੀ ਫੀਸ ਹੋਊਗੀ ਅਤੇ ਸਿਲੈਕਸ਼ਨ ਪ੍ਰੋਸੈਸ ਕਿਸ ਪ੍ਰਕਾਰ ਦਾ ਹੋਊਗਾ। ਤਾਂ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਵੇਖਣਾ ਤਾਂ ਕਿ ਤੁਹਾਡੇ ਸਾਰੇ ਜੋ ਡਾਊਟ ਨੇ ਉਹ ਕਲੀਅਰ ਹੋ ਜਾਣ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹਨਾਂ ਪੋਸਟਾਂ ਨੂੰ ਤੁਸੀਂ 31 ਅਗਸਤ ਤੋਂ ਲੈ ਕੇ 24 ਸਤੰਬਰ ਤੱਕ ਅਪਲਾਈ ਕਰ ਸਕਦੇ ਹੋ। ਅਤੇ ਅਪਲਾਈ ਕਰਨ ਲਈ ਤੁਸੀਂ government.thapar.edu ਜੋ ਸਾਈਟ ਹੈ ਇਸ ਦੇ ਉੱਤੇ ਜਾ ਕੇ ਅਪਲਾਈ ਕਰਨਾ ਹੈ। ਅਪਲਾਈ ਕਰਨ ਦੀ ਜੋ ਤੁਹਾਡੀ ਫੀਸ ਰੱਖੀ ਗਈ ਹੈ ਇੱਥੇ ਉਹ 500 ਰੁਪਇਆ ਫੀਸ ਰੱਖੀ ਗਈ ਹੈ, ਠੀਕ ਹੈ। ਲੇਕਿਨ ਇੱਥੇ ਜੋ ਸਾਰੇ ਕੈਂਡੀਡੇਟਸ ਨੇ ਸਾਰਿਆਂ ਦੇ ਲਈ ਹੀ ਇੱਥੇ ਫੀਸ 500 ਰੁਪਏ ਹੈ। ਇੱਥੇ ਕਿਸੇ ਵੀ ਪ੍ਰਕਾਰ ਦੀ ਕੋਈ ਐਗਜ਼ੈਂਪਸ਼ਨ ਨਹੀਂ ਦਿੱਤੀ ਗਈ ਖਾਸ ਕੈਟਾਗਰੀਜ਼ ਨੂੰ, ਠੀਕ ਹੈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਏਜ ਕਿਸ ਪ੍ਰਕਾਰ ਇਹਨਾਂ ਨੇ ਰੱਖੀ ਹੈ। ਤਾਂ ਏਜ ਦੇ ਲਈ ਇੱਥੇ ਇਹਨਾਂ ਨੇ ਆਪਾਂ ਨੂੰ 18 ਸਾਲ ਤੋਂ 37 ਸਾਲ ਕਿਹਾ, ਅਤੇ ਤੁਹਾਡੀ ਏਜ ਜੋ ਕਾਊਂਟ ਹੋਊਗੀ ਉਹ 1/7/2020 ਤੱਕ ਕਾਊਂਟ ਕੀਤੀ ਜਾਊਗੀ, ਠੀਕ ਹੈ। ਤਾਂ ਤੁਹਾਡੀ ਡੇਟ ਬਰਥ ਤੋਂ ਜੋ ਹੈ ਉੱਥੋਂ ਲੈ ਕੇ 1/7/2020 ਤਾਈਂ ਤੁਹਾਡੀ ਜਿੰਨੀ ਉਮਰ ਬਣਦੀ ਹੋਊਗੀ ਉਹ ਚੈੱਕ ਕੀਤੀ ਜਾਊਗੀ ਕਿ ਉਹ 18 ਤੋਂ 37 ਸਾਲ ਦੇ ਵਿੱਚ ਆਉਂਦੀ ਹੈ ਜਾਂ ਫਿਰ ਨਹੀਂ ਆਉਂਦੀ। ਤਾਂ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਕਿਸ ਪ੍ਰਕਾਰ ਦਾ। ਤਾਂ ਅਕਾਊਂਟਸ ਕਲਰਕ ਦੀ ਜੋ ਪੋਸਟ ਹੈ ਇਹਦੀਆਂ ਜੋ 6 ਪੋਸਟਾਂ ਸੀ ਇਹਦੇ ਲਈ ਬੈਚਲਰ ਆਫ ਕਮਰਸ ਰੱਖੀ ਗਈ ਹੈ, ਠੀਕ ਹੈ। ਤਾਂ ਤੁਹਾਡੀ ਬੈਚਲਰ ਆਫ ਕਮਰਸ ਹੋਣੀ ਚਾਹੀਦੀ ਹੈ ਅਤੇ ਇਹਦੇ ਲਈ ਤੁਹਾਨੂੰ ਜੋ ਗ੍ਰੇਡ ਪੇ ਦਿੱਤਾ ਜਾਊਗਾ ਉਹ 3200 ਗ੍ਰੇਡ ਪੇ ਦਿੱਤਾ ਜਾਊਗਾ। ਸੈਕਸ਼ਨ ਆਫਿਸਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਪੋਸਟ ਲਈ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਇੱਥੇ ਐਕਸਪੀਰੀਅੰਸ ਨਹੀਂ ਮੰਗਿਆ ਗਿਆ, ਸਿਰਫ ਗ੍ਰੈਜੂਏਸ਼ਨ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ ਇਸ ਪੋਸਟ ਲਈ ਵੀ। ਲੇਕਿਨ ਇੱਥੇ ਪ੍ਰੈਫਰੈਂਸ ਦਿੱਤੀ ਜਾਊਗੀ ਉਹਨਾਂ ਕੈਂਡੀਡੇਟਸ ਨੂੰ ਜਿਨ੍ਹਾਂ ਕੋਲ ਐਕਸਪੀਰੀਅੰਸ ਹੋਊਗਾ ਸੁਪਰਵਾਈਜ਼ਰੀ ਕਪੈਸਿਟੀ ਦਾ, ਠੀਕ ਹੈ। ਤਾਂ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਤਾਂ ਜੋ ਗ੍ਰੇਡ ਪੇ ਹੈ ਉਹ 4800 ਗ੍ਰੇਡ ਪੇ ਹੈ। ਉਸ ਤੋਂ ਬਾਅਦ ਜੇਕਰ ਆਪਾਂ ਕਲਰਕਸ ਦੀ ਗੱਲ ਕਰੀਏ, ਰੈਂਟ ਕਲੈਕਟਰਸ ਦੀ ਗੱਲ ਕਰੀਏ ਤਾਂ ਇਹ 79 ਜੋ ਪੋਸਟਾਂ ਸੀਗੀਆਂ ਇਹਦੇ ਲਈ ਗ੍ਰੈਜੂਏਸ਼ਨ ਸਿਰਫ ਰੱਖੀ ਗਈ ਹੈ ਅਤੇ ਤੁਹਾਨੂੰ 3200 ਗ੍ਰੇਡ ਪੇ ਦਿੱਤਾ ਜਾਊਗਾ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਲੀਗਲ ਸਪੋਰਟ ਅਸਿਸਟੈਂਟ ਦੀ ਤਾਂ ਇਹਦੇ ਲਈ LLB ਤੁਹਾਡੀ ਪਾਸ ਕੀਤੀ ਹੋਣੀ ਜ਼ਰੂਰੀ ਹੈ। 27 ਪੋਸਟਾਂ ਨੇ, ਇਹਦੇ ਵਿੱਚ ਜੋ ਗ੍ਰੇਡ ਪੇ ਤੁਹਾਨੂੰ ਦਿੱਤਾ ਜਾਊਗਾ ਇਹ 3200 ਗ੍ਰੇਡ ਪੇ। ਸੀਨੀਅਰ ਅਸਿਸਟੈਂਟ ਦੀ ਪੋਸਟ ਜੋ ਕਿ ਕਾਫੀ ਅੱਛੀ ਪੋਸਟ ਹੈ, ਤਾਂ ਇਸ ਪੋਸਟ ਲਈ ਤੁਹਾਨੂੰ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਅਤੇ ਇਹੀ ਕ੍ਰਾਈਟੇਰੀਆ ਇੱਥੇ ਮੰਗਿਆ, ਕਿਸੇ ਵੀ ਪ੍ਰਕਾਰ ਦਾ ਕੋਈ ਐਕਸਪੀਰੀਅੰਸ ਨਹੀਂ ਮੰਗਿਆ। 4400 ਗ੍ਰੇਡ ਪੇ ਇਹਦਾ। PN ਦੀ ਜੋ ਪੋਸਟ ਹੈ ਇਹਦੇ ਲਈ ਤੁਹਾਡੀ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। 34 ਪੋਸਟਾਂ ਨੇ, ਠੀਕ ਹੈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜਿਸ ਨੂੰ ਲੈ ਕੇ ਕਾਫੀ ਸਾਰੇ ਕੈਂਡੀਡੇਟਸ ਨੂੰ ਡਾਊਟ ਸੀਗਾ। ਤਾਂ ਇੱਥੇ ਪੰਜਾਬੀ ਜੋ ਹੈ ਉਹ ਮੈਂਡੇਟਰੀ ਹੈ, 10ਵੀਂ ਦੇ ਵਿੱਚ ਤੁਹਾਡੀ ਪੰਜਾਬੀ ਪਾਸ ਹੋਣੀ ਚਾਹੀਦੀ ਹੈ। ਹੁਣ ਜੋ ਕੈਂਡੀਡੇਟਸ ਨੂੰ ਡਾਊਟ ਸੀਗਾ ਇਹ ਸੀਗਾ ਕਿ ਕੀ ਉਰਦੂ 10ਵੀਂ ਦੇ ਵਿੱਚੋਂ ਪਾਸ ਹੋਣੀ ਚਾਹੀਦੀ ਹੈ। ਤਾਂ ਉਰਦੂ 10ਵੀਂ ਦੇ ਵਿੱਚੋਂ ਪਾਸ ਹੋਣਾ ਜ਼ਰੂਰੀ ਨਹੀਂ ਹੈਗਾ, ਲੇਕਿਨ ਤੁਹਾਡੀ ਜੋ ਉਰਦੂ ਦੇ ਵਿੱਚ ਕਮਾਂਡ ਹੈ ਉਹ ਅੱਛੀ ਹੋਣੀ ਚਾਹੀਦੀ ਹੈ, ਠੀਕ ਹੈ। ਤਾਂ ਉਰਦੂ ਦੀ ਤੁਹਾਡੇ ਕੋਲ ਗੁੱਡ ਪ੍ਰੋਫੀਸ਼ੀਐਂਸੀ ਹੋਣੀ ਚਾਹੀਦੀ ਹੈ, ਇਹ ਇੱਥੇ ਮੈਂਡੇਟਰੀ ਹੈ। ਅਤੇ ਇਹਦਾ ਇੱਕ ਟੈਸਟ ਵੀ ਰੱਖਿਆ ਗਿਆ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜਾ ਕਿ ਤੁਸੀਂ ਕੁਆਲੀਫਾਈ ਕਰਨਾ ਹੀ ਕਰਨਾ ਹੈ, ਅਦਰਵਾਈਜ਼ ਤੁਹਾਨੂੰ ਇਹਨਾਂ ਪੋਸਟਾਂ ਦੇ ਲਈ ਸੂਟੇਬਲ ਨਹੀਂ ਮੰਨਣਗੇ, ਠੀਕ ਹੈ। ਤਾਂ ਤੁਸੀਂ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ। ਉਰਦੂ ਪ੍ਰੋਫੀਸ਼ੀਐਂਸੀ ਦਾ ਇੱਥੇ ਜੋ ਟੈਸਟ ਰੱਖਿਆ ਹੈ ਉਹ ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ ਅਤੇ ਇਹ ਜੋ ਪ੍ਰੋਫੀਸ਼ੀਐਂਸੀ ਦਾ ਟੈਸਟ ਰੱਖਿਆ ਉਹਦੇ ਬਾਰੇ ਮੈਂ ਤੁਹਾਨੂੰ ਅੱਗੇ ਦੱਸੂਗਾ। ਇਸ ਤੋਂ ਇਲਾਵਾ ਜਿੰਨੀਆਂ ਵੀ ਪੋਸਟਾਂ ਨੇ PN ਦੀ ਪੋਸਟ ਨੂੰ ਛੱਡ ਕੇ ਸਾਰੀਆਂ ਪੋਸਟਾਂ ਦੇ ਲਈ 120 ਘੰਟੇ ਦਾ ਜੋ ਕੋਰਸ ਹੈ ISO ਦਾ ਡੈਸਕਟਾਪ ਪਬਲਿਸ਼ਿੰਗ ਐਪਲੀਕੇਸ਼ਨ ਦੇ ਵਿੱਚ ਜਾਂ ਫਿਰ ਆਫਿਸ ਪ੍ਰੋਡਕਟਿਵਿਟੀ ਐਪਲੀਕੇਸ਼ਨਸ ਦੇ ਵਿੱਚ, ਤਾਂ ਇਹ ਤੁਹਾਡਾ ਕੰਪਿਊਟਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਅਤੇ ਇਸ ਤੋਂ ਬਾਅਦ ਜੇਕਰ ਤੁਹਾਡੇ ਕੋਲ 120 ਘੰਟਿਆਂ ਦਾ ਸਰਟੀਫਿਕੇਟ ਨਹੀਂ ਹੈਗਾ ਲੇਕਿਨ ਤੁਹਾਡੇ ਕੋਲ O ਲੈਵਲ ਦਾ ਸਰਟੀਫਿਕੇਟ ਹੈਗਾ ਤਾਂ ਵੀ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ, ਠੀਕ ਹੈ। ਤਾਂ ਤੁਹਾਡੇ ਕੋਲ 120 ਘੰਟਿਆਂ ਦਾ ਸਰਟੀਫਿਕੇਟ ਜਾਂ ਫਿਰ O ਲੈਵਲ ਸਰਟੀਫਿਕੇਟ ਹੋਣਾ ਚਾਹੀਦਾ ਹੈ। ਮੋਡ ਆਫ ਸਿਲੈਕਸ਼ਨ, ਤਾਂ ਮੋਡ ਆਫ ਸਿਲੈਕਸ਼ਨ ਦੇ ਵਿੱਚ ਇੱਥੇ ਇਹਨਾਂ ਨੇ ਸਾਰੀਆਂ ਪੋਸਟਾਂ ਲਈ ਰਿਟਨ ਟੈਸਟ ਰੱਖਿਆ, ਇੰਟਰਵਿਊ ਰੱਖਿਆ ਅਤੇ ਉਸ ਤੋਂ ਬਾਅਦ ਸਕਿੱਲ ਟੈਸਟ ਰੱਖਿਆ। ਇਹਦੇ ਵਿੱਚ PN ਦੀ ਪੋਸਟ ਦੀ ਗੱਲ ਨਹੀਂ ਹੈਗੀ, ਬਾਕੀ ਸਾਰੀਆਂ ਪੋਸਟਾਂ ਬਾਰੇ ਮੈਂ ਦੱਸ ਰਿਹਾ ਤੁਹਾਨੂੰ, ਜਿਵੇਂ ਕਿ ਸੀਨੀਅਰ ਅਸਿਸਟੈਂਟ, ਸੈਕਸ਼ਨ ਆਫਿਸਰ ਅਤੇ ਬਾਕੀ ਜੋ ਵੀ ਪੋਸਟਾਂ ਸੀਗੀਆਂ। ਤਾਂ ਇਹਨਾਂ ਪੋਸਟਾਂ ਲਈ ਤੁਹਾਡਾ ਰਿਟਨ ਟੈਸਟ ਹੋਣਾ ਜੋ ਕਿ 400 ਮਾਰਕਸ ਦਾ ਹੋਣਾ। ਇਹ ਜੋ ਰਿਟਨ ਟੈਸਟ ਹੈ ਇਸ ਦੇ ਵਿੱਚ 100 ਕੁਐਸਚਨ ਪੁੱਛੇ ਜਾਣਗੇ।
ਈਚ ਜੋ ਕੁਐਸਚਨ ਹੈ ਤੁਹਾਡਾ 4 ਮਾਰਕਸ ਦਾ ਹੋਊਗਾ ਤਾਂ ਟੋਟਲ 400 ਮਾਰਕਸ ਦਾ ਤੁਹਾਡਾ ਪੇਪਰ ਬਣ ਗਿਆ। ਅਤੇ ਇਹ 400 ਮਾਰਕਸ ਦੇ ਪੇਪਰ ਦੇ ਨਾਲ ਹੀ ਇੱਕ ਤੁਹਾਡਾ ਉਰਦੂ ਲੈਂਗੁਏਜ ਦਾ ਵੀ ਕੀ ਹੋਣਾ, ਇੱਕ ਸੈਕਸ਼ਨ ਹੋਣਾ ਹੈ ਜੋ ਕਿ ਐਡੀਸ਼ਨਲ ਹੋਊਗਾ। ਮਤਲਬ 100 ਕੁਐਸਚਨ ਤਾਂ ਤੁਹਾਨੂੰ ਆਉਣੇ ਹੀ ਹੈ, ਪਲੱਸ 25 ਕੁਐਸਚਨ ਹੋਰ ਹੋਣਗੇ, ਮਤਲਬ 125 ਟੋਟਲ ਕੁਐਸਚਨ ਹੋਣਗੇ ਤੁਹਾਨੂੰ। ਜਿਹੜੇ ਇਹ 25 ਕੁਐਸਚਨ ਹੋਣਗੇ ਉਰਦੂ ਦੇ ਕੁਐਸਚਨ ਹੋਣਗੇ ਅਤੇ 100 ਮਾਰਕਸ ਦੇ ਹੋਣਗੇ, ਤੇ ਇਹਨਾਂ ਵਿੱਚੋਂ ਤੁਹਾਨੂੰ 40% ਮਾਰਕਸ ਮਤਲਬ 40 ਮਾਰਕਸ ਲੈਣੀ ਜ਼ਰੂਰੀ ਹੋਣਗੇ ਜੇਕਰ ਤੁਸੀਂ ਇਹ ਜੋ ਉਰਦੂ ਲੈਂਗੁਏਜ ਦਾ ਟੈਸਟ ਹੈ ਇਸ ਨੂੰ ਕੁਆਲੀਫਾਈ ਕਰਨਾ ਚਾਹੁੰਦੇ ਹੋ। ਠੀਕ ਹੈ, ਜੇ ਤੁਸੀਂ ਉਰਦੂ ਲੈਂਗੁਏਜ ਦਾ ਟੈਸਟ ਕੁਆਲੀਫਾਈ ਕਰਦੇ ਹੋ ਫਿਰ ਹੀ ਤੁਹਾਡੀ ਜੋ ਮੈਰਿਟ ਹੈ 100 ਮਾਰਕਸ ਦੇ ਵਿੱਚੋਂ, ਇਹ 100 ਕੁਐਸਚਨਾਂ ਦੇ ਵਿੱਚੋਂ ਬਣਾਈ ਜਾਊਗੀ ਜਿਸ ਦੇ 400 ਮਾਰਕਸ ਨੇ। ਠੀਕ ਹੈ, ਤਾਂ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਉਸ ਤੋਂ ਬਾਅਦ ਤੁਹਾਡਾ ਇੰਟਰਵਿਊ ਹੋਊਗਾ ਜੋ ਕਿ 70 ਮਾਰਕਸ ਦਾ ਹੋਊਗਾ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਉਸ ਤੋਂ ਤੁਹਾਡਾ ਸਕਿੱਲ ਟੈਸਟ ਹੋਊਗਾ, ਮਤਲਬ ਟਾਈਪਿੰਗ ਟੈਸਟ ਵੀ ਹੋਊਗਾ ਜੋ ਕਿ ਇੰਗਲਿਸ਼ ਅਤੇ ਪੰਜਾਬੀ ਦੀ ਟਾਈਪਿੰਗ ਹੋਵੇਗੀ। ਠੀਕ ਹੈ, ਤਾਂ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੇਕਰ ਤੁਸੀਂ ਟਾਈਪਿੰਗ ਟੈਸਟ ਨਹੀਂ ਕੁਆਲੀਫਾਈ ਕਰ ਪਾਉਂਦੇ ਤਾਂ ਵੀ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਤੁਸੀਂ 2 ਸਾਲਾਂ ਦੇ ਅੰਦਰ ਅੰਦਰ ਇਹ ਜੋ ਟਾਈਪਿੰਗ ਟੈਸਟ ਹੈ ਇਸ ਨੂੰ ਕੁਆਲੀਫਾਈ ਕਰ ਸਕਦੇ ਹੋ ਜੋ ਕਿ ਇੰਗਲਿਸ਼ ਅਤੇ ਪੰਜਾਬੀ ਦਾ ਟਾਈਪਿੰਗ ਟੈਸਟ ਹੈ। ਠੀਕ ਹੈ, ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇੱਥੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਊਗੀ। ਇਸ ਟੈਸਟ ਨੂੰ ਕੁਆਲੀਫਾਈ ਕਰਨ ਲਈ ਮਿਨੀਮਮ ਤੁਹਾਡੇ ਕੋਲ 40% ਮਾਰਕਸ ਹੋਣੇ ਚਾਹੀਦੇ ਨੇ। ਠੀਕ ਹੈ, ਅਤੇ ਉਸ ਤੋਂ ਬਾਅਦ ਜੇਕਰ ਉਰਦੂ ਲੈਂਗੁਏਜ ਦੇ ਵਿੱਚੋਂ ਤੁਹਾਡੇ 40% ਮਾਰਕਸ ਨਹੀਂ ਆਉਂਦੇ, ਲੇਕਿਨ ਕਿਸੇ ਵੀ ਕੈਂਡੀਡੇਟ ਦੇ 40 ਮਾਰਕਸ ਨਹੀਂ ਆਉਂਦੇ, ਤਾਂ ਇਹ ਜੋ ਉਰਦੂ ਲੈਂਗੁਏਜ ਸੈਕਸ਼ਨ ਦੀ ਲਿਮਟ ਹੈ ਇਸ ਨੂੰ 35% ਵੀ ਕਰ ਦਿੱਤਾ ਜਾ ਸਕਦਾ ਹੈ। ਠੀਕ ਹੈ, ਤਾਂ ਇਹਦਾ ਮਤਲਬ ਉਰਦੂ ਲੈਂਗੁਏਜ ਤਾਂ ਤੁਹਾਨੂੰ ਕੁਆਲੀਫਾਈ ਕਰਨੀ ਹੀ ਕਰਨੀ ਪਊਗੀ ਜੇਕਰ ਤੁਸੀਂ ਇਸ ਐਗਜ਼ਾਮ ਦੇ ਵਿੱਚ ਸਿਲੈਕਟ ਹੋਣਾ ਚਾਹੁੰਦੇ ਹੋ। ਠੀਕ ਹੈ, ਉਸ ਤੋਂ ਜਿਹੜੀ ਉਰਦੂ ਲੈਂਗੁਏਜ ਹੈ ਇਸ ਦੇ ਮਾਰਕਸ ਜੋ ਮੈਰਿਟ ਹੈ ਉਸ ਦੇ ਵਿੱਚ ਨਹੀਂ ਐਡ ਹੋਣਗੇ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ। ਉਸ ਤੋਂ ਬਾਅਦ ਅੱਗੇ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਪੋਸਟਾਂ ਲਈ ਸਿਲੈਕਸ਼ਨ ਪ੍ਰੋਸੈਸ ਕਿਸ ਪ੍ਰਕਾਰ ਦੀ ਹੋਊਗੀ। ਤਾਂ ਇੱਥੇ ਜੋ ਰਿਟਨ ਮਾਰਕਸ, ਜੋ ਰਿਟਨ ਟੈਸਟ ਤੁਹਾਡਾ ਹੋਊਗਾ, ਸੀਨੀਅਰ ਅਸਿਸਟੈਂਟ ਦੀ ਪੋਸਟ ਅਤੇ ਸੈਕਸ਼ਨ ਆਫਿਸਰ ਅਤੇ ਕਲਰਕ ਦੀ ਪੋਸਟ, ਇਹਨਾਂ ਸਾਰੀਆਂ ਪੋਸਟਾਂ ਲਈ ਜੋ ਤੁਹਾਡਾ ਰਿਟਨ ਐਗਜ਼ਾਮ ਹੋਊਗਾ ਉਹਦੇ ਵਿੱਚ ਕੀ ਕੁਝ ਆਊਗਾ। 3 ਘੰਟਿਆਂ ਦਾ ਤੁਹਾਡਾ ਰਿਟਨ ਐਗਜ਼ਾਮ ਹੋਊਗਾ ਜਿਹਦੇ ਵਿੱਚ ਲੌਜੀਕਲ ਰੀਜ਼ਨਿੰਗ, ਮੈਂਟਲ ਐਬਿਲਿਟੀ ਅਤੇ ਇੰਗਲਿਸ਼ ਕੰਪਰੈਂਸ਼ਨ ਆਊਗਾ ਜੋ ਕਿ 40 ਕੁਐਸਚਨ ਹੋਣਗੇ 160 ਮਾਰਕਸ ਦੇ। ਠੀਕ ਹੈ, ਉਸ ਤੋਂ ਤੁਹਾਡੇ ਕੋਲ ਕਰੰਟ ਅਫੇਅਰ ਹੋਣਗੇ, ਜਨਰਲ ਨੌਲੇਜ ਆਊਗੀ, ਹਿਸਟਰੀ ਆਊਗੀ, ਜਰਨਲ ਸਾਇੰਸ ਆਊਗੀ, ਜੀਓਗ੍ਰਾਫੀ ਆਊਗੀ, ਪੋਲਿਟੀ ਆਊਗੀ, ਇਕੋਨਮੀ ਆਊਗੀ। ਤਾਂ ਇਹਦੇ ਤੁਹਾਡੇ ਕੋਲ 50 ਕੁਐਸਚਨ ਹੋਣਗੇ। ठीक है, जो कि 200 मार्क्स दे होंगे। फिर वक्फ एक्ट जो 1995 है, वक्फ एक्ट जो 2018 है, वक्फ प्रॉपर्टी रूल्स जो 2014 के ने, इन्हां नाल रिलेटेड क्वेश्चन होंगे 10। ठीक है, तो ये जो है ये 40 मार्क्स होंगे। ठीक है, तो इत्थे एक चीज़ मैं होर दसदा कि ये जो तिन्ने तुहाडे पोर्शन ने, पहला दूजा तीजा, इन्हां नूं तुसीं तिन्नां नूं सैक्शन वाइज भी क्वालीफाई करना है। जिवें इहदे विच 40 क्वेश्चन सीगे, ठीक है, तो यदा 40% मतलब 16 क्वेश्चन तुहाडे ठीक होने ही होने चाहिए। 64 मार्क्स तुहाडे इहदे विचों आउणे ही होने चाहिए। ये 50 क्वेश्चन सीगे तो इहदे विचों 20 क्वेश्चन तुहाडे ठीक होने ही होने चाहिए। 80 मार्क्स तुहाडे बनने ही बनने चाहिए। उस तो 10 क्वेश्चन सी तो इन्हां 10 दे विचों तुहाडे 4 क्वेश्चन ठीक होने ही होने चाहिए। 16 मार्क्स तुहाडे बनने ही बनने चाहिए। ठीक है, उस उर्दू लैंग्वेज का जो टेस्ट है इस सिर्फ क्वालीफाइंग नेचर है। 25 क्वेश्चन होणगे तो तुसीं इस दे विचों 40 मार्क्स लैने जरूरी ने। ठीक है, तो ये चीज़ तुसीं ध्यान दे विच रखनी है। उस तरह इंटरव्यू तुहाडा होऊगा 70 मार्क्स का, तो तुहाडी जो फाइनल मैरिट बनूगी वो 470 नंबरों के विचों बनूगी। ठीक है, तो ये चीज़ तुसीं ध्यान दे विच रखनी है। उस तो अकाउंट्स क्लर्क की जो पोस्ट है ये भी सेम चीज़ां ही ने, बस इत्थे इन्हां ने एक सैक्शन खत्म कर दिता है जो सैक्शन हैगा तुहाडा करंट अफेयर, जनरल नॉलेज, हिस्टरी वगैरह का। तो यदी जगह तो इत्थे डोमेन रिलेटेड इत्थे ऐड किया गया है। ठीक है, तो डोमेन रिलेटेड का इत्थे मतलब होगा कि तुहाडी जो अकाउंट्स है उस दे नाल रिलेटेड तुहानूं क्वेश्चन होणगे। जिवें कि इत्थे इन्हां ने ये भी मैंशन किया होया कि किहड़ियां-किहड़ियां चीज़ां दे विचों क्वेश्चन पुछणगे, जिवें प्रिंसीपल ऑफ इकनॉमिक्स, उस तो बाद बिजनस लॉज, टैक्स प्रोसीजर एंड प्रैक्टिस, इंडियन टैक्स सिस्टम वगैरह वगैरह। ठीक है, तो तुसीं इस नूं पढ़ लेना है। ठीक है, उस तो बाद जेकर आप गल करिए लीगल सपोर्ट असिस्टेंट की, तो इत्थे इस पोस्ट लिए भी इन्होंने कुछ ऐड किया होया तो इसनूं भी तुसीं चैक कर लेना है। ठीक है, तो यही पोस्टां दे बारे इत्थे इन्होंने आपां नूं जानकारी दित्ती है। बाकी जिन्नी भी डिटेल जानकारी दित्ती है अप्लाई करने दे बारे वो तुसीं पढ़ लैनी है। नॉर्मली तुसीं government thapar.edu जो साइट है उस दे उत्ते जाके अप्लाई करना है।
ਜੇਕਰ ਕੋਈ ਕੈਂਡੀਡੇਟ ਪੀਐਨ ਦੀ ਪੋਸਟ ਲਈ ਵੀ ਪੜ੍ਹਨਾ ਚਾਹੁੰਦਾ ਤਾਂ ਉਹ ਵੀ ਇਹ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਜੋ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦੂੰਗਾ, ਜਾ ਕੇ ਤੁਸੀਂ ਪੜ੍ਹ ਸਕਦੇ ਹੋ, ਠੀਕ ਹੈ। ਲੇਕਿਨ ਇੱਥੇ ਕਿਉਂਕਿ ਜੋ ਰੈਗੂਲਰ ਪੋਸਟਾਂ ਸੀਗੀਆਂ ਉਹ ਸਿਰਫ ਇਹ ਵਾਲੀਆਂ ਹੀ ਸੀਗੀਆਂ, ਸੀਨੀਅਰ ਅਸਿਸਟੈਂਟ, ਸੈਕਸ਼ਨ ਆਫਿਸਰ, ਕਲਰਕ ਅਤੇ ਅਕਾਊਂਟਸ ਕਲਰਕ, ਤਾਂ ਇਸੇ ਕਰਕੇ ਮੈਂ ਤੁਹਾਨੂੰ ਇਹਨਾਂ ਪੋਸਟਾਂ ਬਾਰੇ ਹੀ ਇੱਥੇ ਜਾਣਕਾਰੀ ਪ੍ਰੋਵਾਈਡ ਕਰਾਈ ਹੈ, ਠੀਕ ਹੈ। ਤਾਂ ਇਹੀ ਜਾਣਕਾਰੀ ਮੈਂ ਤੁਹਾਨੂੰ ਦੇਣੀ ਸੀਗੀ, ਤੇ ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੈਂਡੀਡੇਟਸ ਦੇ ਨਾਲ, ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕੀ ਕ੍ਰਾਈਟੇਰੀਆ ਇੱਥੇ ਇਹਨਾਂ ਪੋਸਟਾਂ ਦੇ ਲਈ ਰੱਖਿਆ ਗਿਆ ਹੈ। ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।